हाँ जी बेटा, ਇਹ ਆਪਣਾ ਅੱਜ ਦਾ 8 ਅਕਤੂਬਰ ਦਾ ਲੈਕਚਰ ਹੈਗਾ ਜਿਸ ਦੇ ਵਿੱਚ ਮੈਂ ਤੁਹਾਨੂੰ ਲਾਸਟ ਆਪਾਂ ਚੈਪਟਰ ਲੌਜਿਕ ਸ਼ੁਰੂ ਕੀਤਾ ਸੀਗਾ, ਲੌਜਿਕ ਐਂਡ ਕੁਆਂਟੀਫਾਇਰਸ 'ਚ, ਜਿਸ 'ਚ ਮੈਂ ਤੁਹਾਨੂੰ ਸੈਂਟੈਂਸ ਬਾਰੇ ਤੇ ਕੰਪਾਊਂਡ ਸਟੇਟਮੈਂਟਸ ਬਾਰੇ ਸਮਝਾਇਆ ਸੀਗਾ ਕੀ ਹੁੰਦਾ ਹੈਗਾ। ਅੱਗੇ ਆਪਣੇ ਕੋਲੇ ਕੀ ਹੈ, ਲੌਜੀਕਲ ਓਪਰੇਸ਼ਨਸ ਆ ਜਾਂਦੇ ਹੈਗੇ। ठीक है, ਜਿਹੜੇ भी ਆਪਾਂ ਹੁਣ ਸੈਂਟੈਂਸਸ ਆਪਾਂ ਨੂੰ ਪਤਾ ਲੱਗੇ ਜਿਨ੍ਹਾਂ ਦਾ ਕੋਈ ਨਾ ਕੋਈ ਮੀਨਿੰਗ ਹੁੰਦਾ ਹੈਗਾ, ਮੀਨਿੰਗਫੁਲ ਸਟੇਟਮੈਂਟਸ ਨੂੰ ਆਪਾਂ ਕੀ ਕਹਿ ਦਿੰਦੇ ਹਾਂ, ਸੈਂਟੈਂਸ ਕਹਿ ਦਿੰਦੇ ਹੈਗੇ। ਪਲੱਸ ਜਿਸ ਦੇ ਵਿੱਚ ਸਿਰਫ ਆਪਾਂ ਨੂੰ ਇਹ ਚੀਜ਼ ਪਤਾ ਚੱਲਦੀ ਹੈ ਕਿ ਸਟੇਟਮੈਂਟ ਟਰੂ ਹੈ ਜਾਂ ਫਾਲਸ ਹੈਗਾ। ਠੀਕ ਹੈ, ਸਿਰਫ ਦੋ ਹੀ ਆਪਸ਼ਨਸ ਆਪਣੇ ਕੋਲੇ ਕਿ ਜਾਂ ਤਾਂ ਸਟੇਟਮੈਂਟ ਟਰੂ ਹੋਏਗੀ ਜਾਂ ਫਾਲਸ ਹੋਏਗੀ, ਦੋਨੋਂ ਨਹੀਂ ਹੋ ਸਕਦੇ ਕਿ ਟਰੂ ਵੀ ਹੈ ਕਿ ਫਾਲਸ ਵੀ ਹੈ। ਦੈਨ ਨੈਕਸਟ ਆਪਾਂ ਕਰਾਂਗੇ ਹੁਣ ਲੌਜੀਕਲ ਓਪਰੇਸ਼ਨਸ। ਲੌਜੀਕਲ ਓਪਰੇਸ਼ਨਸ ਕਿਸ ਤਰ੍ਹਾਂ ਹੁੰਦੇ, ਇਹਦਾ ਫਸਟ ਆਪਰੇਸ਼ਨ ਹੈਗਾ ਕੰਜੰਕਸ਼ਨ। ਠੀਕ ਹੈ, ਫਸਟ ਆਪਰੇਸ਼ਨ ਹੈਗਾ ਜਿਹਨੂੰ ਆਪਾਂ ਕੀ ਕਹਿੰਦੇ ਹੈਗੇ, ਕੰਜੰਕਸ਼ਨ ਕਹਿੰਦੇ ਹੈਗੇ। ਸਪੋਜ਼ ਕਰ ਲਿਆ P ਤੇ Q ਆਪਣੇ ਕੋਲ ਕੀ ਹੈ, ਦੋ ਸੈਂਟੈਂਸਸ ਹੈ। ਠੀਕ ਹੈ, ਆਪਾਂ ਕੀ ਲੈ ਕੇ ਚੱਲਦੇ ਹਾਂ, P ਐਂਡ Q ਆਰ ਟੂ ਸੈਂਟੈਂਸਸ। ਠੀਕ ਹੈ, टू सेंटेंसेस है ਤਾਂ ਜਿਹੜਾ ਕੰਜੰਕਸ਼ਨ ਹੈ, ਕੰਜੰਕਸ਼ਨ ਦਾ ਸਾਈਨ ਆ ਹੈ ਉਲਟਾ ਕਰਕੇ ਵੀ ਜਿਹੜਾ ਆਪਾਂ ਪਾਉਣੇ ਹੈਗੇ ਲਾਈਕ ਦਿਸ। ਠੀਕ ਹੈ, ਉਲਟਾ ਵੀ ਆਪਾਂ ਪਾਵਾਂਗੇ। ਐਂਡ ਇਹਨੂੰ ਬੋਲਦੇ ਕਿਸ ਤਰ੍ਹਾਂ, P ਐਂਡ Q। ਇਹਨੂੰ ਬੋਲਿਆ ਕਿਸ ਤਰ੍ਹਾਂ ਜਾਂਦਾ ਹੈਗਾ, P ਐਂਡ Q। ਇਹ ਜਿਹੜਾ ਸਾਈਨ ਹੈ ਇਹਨੂੰ ਕੀ ਬੋਲਦੇ ਆ, ਐਂਡ ਦਾ ਸਾਈਨ ਹੈ ਇਹ। ਠੀਕ ਹੈ ਬੇਟਾ, ਇਜ਼ ਟਰੂ। ਹੁਣ ਆਪਾਂ ਕਹਿੰਦੇ ਆ ਦੋ ਸਟੇਟਮੈਂਟਸ P and Q is true। ਆ ਰਿਜ਼ਲਟ ਕਦੋਂ ਟਰੂ ਹੋਏਗਾ ਆਪਣੇ ਕੋਲੇ, is true if the two sentences P Q are both true। ਜੇ ਦੋਨੋਂ ਹੀ sentences true ਹੈ then this sign and is true, otherwise it is false। ਮੀਨਸ ਦੋਨਾਂ ਚੋਂ ਜੇ ਇੱਕ ਵੀ ਫਾਲਸ ਹੈ ਜਾਂ ਦੋਨੋਂ ਫਾਲਸ ਹੈ ਤਾਂ ਆਪਣੇ ਕੋਲੇ P ਐਂਡ Q ਜਿਹੜਾ ਰਿਜ਼ਲਟ ਹੈ ਇਹ ਕੀ ਹੋ ਜਾਏਗਾ, ਫਾਲਸ ਹੋ ਜਾਏਗਾ। ਇਹ ਸਿਰਫ ਇੱਕ ਹੀ ਕੰਡੀਸ਼ਨ ਦੇ ਵਿੱਚ ਟਰੂ ਹੁੰਦਾ ਹੈਗਾ, P ਐਂਡ Q is true if both the sentences are true। ਜੇ ਦੋਨੋਂ ਸੈਂਟੈਂਸ ਕੀ ਹੈਗੇ, ਟਰੂ ਹੈਗੇ। ਕਲੀਅਰ, ਆਪਾਂ ਐਗਜ਼ਾਮਪਲ ਲੈਂਦੇ ਹੈਗੇ ਕਿ ਜੇ ਆਪਣੇ ਕੋਲੇ ਹੁਣ ਜਿਵੇਂ ਦੇਖੋ ਆ ਸੈਂਟੈਂਸ ਹੈ 3 + 3 = 6। ਇਹ ਫਸਟ ਸੈਂਟੈਂਸ ਹੋ ਗਿਆ ਗਾ। ਐਂਡ ਸੈਕਿੰਡ ਸੈਂਟੈਂਸ ਇਜ਼ 3 + 4 = 7। ਕਲੀਅਰ, ਜੇ ਆਪਾਂ ਮੰਨ ਲਈਏ ਕਿ ਆਹ ਸੈਂਟੈਂਸ P ਹੈ ਤੇ ਦਿਸ ਸੈਂਟੈਂਸ ਇਜ਼ Q, ਤਾਂ ਇਟ ਮੀਨਸ P ਇਜ਼ ਟਰੂ। ਆਪਾਂ ਨੂੰ ਪਤਾ ਹੈ ਕਿ ਮੈਥ ਦੇ ਵਿੱਚ 3 + 3 ਹਮੇਸ਼ਾ 6 ਹੀ ਹੁੰਦਾ। ਤੇ ਸੈਕਿੰਡ ਸਟੇਟਮੈਂਟ ਕੀ ਹੈ, 3 + 4 = 7। ਦਿਸ ਇਜ਼ ਆਲਸੋ ਟਰੂ। ਇਹ ਵੀ ਆਪਾਂ ਨੂੰ ਪਤਾ ਹੈਗਾ ਕਿਉਂਕਿ 3 + 4 ਨੂੰ ਆਪਾਂ ਪਲੱਸ ਕਰਦੇ ਤਾਂ 7 ਹੀ ਬਣਦਾ। ਹੁਣ ਦੇਖੋ P ਸੈਂਟੈਂਸ ਵੀ ਟਰੂ ਹੈ, Q ਸੈਂਟੈਂਸ ਵੀ ਟਰੂ ਹੈ, ਦੋਨੋਂ ਸੈਂਟੈਂਸ ਟਰੂ ਹੈ ਤਾਂ ਇਟ ਮੀਨਸ ਇਹਦਾ ਜਦੋਂ ਤੁਸੀਂ P ਐਂਡ Q ਕੱਢੋਗੇ ਦੈਟ ਇਜ਼ ਆਲਸੋ ਟਰੂ। ਉਹ ਵੀ ਤੁਹਾਡੇ ਕੋਲੇ ਕੀ ਆਏਗਾ, ਟਰੂ ਆਏਗਾ। ਹੁਣ ਸੈਕਿੰਡ ਐਗਜ਼ਾਮਪਲ ਦੇ ਵਿੱਚ ਇਹਨਾਂ ਨੇ ਕੀ ਕੀਤਾ, 3 + 3 = 6। ਇਹ ਟਰੂ ਆਪਾਂ ਨੂੰ ਪਤਾ ਹੈ, but pi is rational। this is the false statement because this is irrational number, है ना। तो मीन्स एक स्टेटमेंट ਤਾਂ ਟਰੂ ਹੈ, ਇੱਕ ਜਿਹੜੀ ਸਟੇਟਮੈਂਟ ਆ ਉਹ ਕੀ ਹੈ, ਫਾਲਸ ਹੈਗੀ। ਹੁਣ ਮੈਂ ਤੁਹਾਨੂੰ ਕਿਹਾ ਸੀ ਜੇ ਦੋਨੋਂ ਚ ਇੱਕ ਵੀ ਫਾਲਸ ਆ ਗਈ ਜਾਂ ਦੋਨੋਂ ਫਾਲਸ ਆ ਗਈਆਂ ਤਾਂ ਰਿਜ਼ਲਟ ਆਪਣੇ ਕੋਲੇ ਕੀ ਹੋ ਜਾਂਦਾ, ਫਾਲਸ ਹੋ ਜਾਂਦਾ, ਫਿਰ ਉਹ ਟਰੂ ਨਹੀਂ ਬਣਦਾ ਹੈਗਾ। ਇਹਨੂੰ ਤੁਸੀਂ ਟਰੁਥ ਟੇਬਲ ਦੇ ਅਕੋਰਡਿੰਗ ਵੀ ਸਮਝ ਸਕਦੇ ਹੋਗੇ। ਆ ਫਸਟ ਸੈਂਟੈਂਸ ਹੈ, ਆ ਸੈਕਿੰਡ ਸੈਂਟੈਂਸ ਹੈ, ਆਪਾਂ ਨੇ ਇਹਨਾਂ ਦਾ P ਐਂਡ Q ਕੱਢਿਆ। ਕਲੀਅਰ ਬੇਟਾ, ਫਸਟ ਸੈਂਟੈਂਸ ਸੈਕਿੰਡ ਸੈਂਟੈਂਸ ਇਹਦਾ P ਐਂਡ Q ਕੱਢ ਦਿੱਤਾ ਗਾ। ਹੁਣ ਆਪਣੇ ਕੋਲੇ ਕਿਸ ਤਰ੍ਹਾਂ ਦੇ ਰਿਜ਼ਲਟ ਹੋ ਸਕਦੇ, ਇਹਨੂੰ ਲਿਖਣ ਦਾ ਤਰੀਕਾ ਕੀ ਹੁੰਦਾ, ਜਦੋਂ ਤੁਸੀਂ ਟੇਬਲ ਬਣਾਉਣਾ ਹੈਗਾ ਤਾਂ P ਸੈਂਟੈਂਸ ਹੈ 2 ਟਰੂ 2 ਫਾਲਸ ਲੈ ਲਏ। ਠੀਕ ਹੈ, ਪਹਿਲੇ 2 ਟਰੂ 2 ਫਾਲਸ ਲੱਤੇ, ਉਸ ਤੋਂ ਬਾਅਦ Q ਲੱਤਾ ਤੁਸੀਂ ਟਰੂ ਫਾਲਸ ਅਲੱਗ ਅਲੱਗ। ਦੇਖੋ ਹੁਣ ਜੇ ਤੁਸੀਂ ਦੇਖੋਗੇ ਨਾ ਅਲੱਗ ਅਲੱਗ ਕੇਸਿਸ ਆ ਗਏ, ਇਸ 'ਚ ਦੋਨੋਂ ਟਰੂ ਹੈ, ਇਸ 'ਚ Q ਫਾਲਸ ਹੈ, ਇਸ 'ਚ P ਫਾਲਸ ਹੈ, ਇਸ 'ਚ ਦੋਨੋਂ ਫਾਲਸ ਹੈ। ਓਕੇ, ਹੁਣ ਤੁਸੀਂ ਇਹਦਾ ਚੈੱਕ ਕਰਨਾ P ਐਂਡ Q। P ਐਂਡ Q ਕਦੋਂ ਟਰੂ ਹੁੰਦਾ, ਜਦੋਂ ਦੋਨੋਂ ਸਟੇਟਮੈਂਟਸ ਕੀ ਹੋਣਗੀਆਂ, ਟਰੂ ਹੋਣਗੀਆਂ। ਦੇਖੋ ਟਰੂ ਆ ਗਿਆ ਨਾ, ਦੋਨੋਂ ਸਟੇਟਮੈਂਟਸ ਟਰੂ ਹੈ ਤਾਂ ਇਟ ਮੀਨਸ P ਐਂਡ Q ਵੀ ਟਰੂ ਹੈ। ਅਦਰਵਾਈਜ਼ ਇਟ ਇਜ਼ ਫਾਲਸ, ਮੀਨਸ ਦੋਨਾਂ ਚੋਂ ਜੇ ਇੱਕ ਵੀ ਫਾਲਸ ਹੈ ਜਾਂ ਦੋਨੋਂ ਫਾਲਸ ਹੈ ਦੈਨ ਰਿਜ਼ਲਟ ਇਜ਼ ਫਾਲਸ। ਕਲੀਅਰ ਬੇਟਾ, ਇਹਨੂੰ ਇਸ ਤਰ੍ਹਾਂ ਤੁਸੀਂ ਲਿਖਣਾ ਹੈ
ਸਿੰਪਲ ਹੈ, ਪਹਿਲਾਂ P ਲਿਖੋਗੇ, 2 ਟਰੂ 2 ਫਾਲਸ, ਜੇ ਅੱਗੇ ਵੀ ਹੁੰਦਾ ਤਾਂ 2 ਟਰੂ 2 ਫਾਲਸ, ਇਸੇ ਤਰ੍ਹਾਂ ਜਾਂਦਾ। ਕਿਊ ਦੀ ਸਟੇਟਮੈਂਟ ਨੂੰ ਤੁਸੀਂ ਹਮੇਸ਼ਾ ਇਹ ਇਦਾਂ ਹੀ ਲਿਖਣਾ ਹੈਗਾ। ਕਿਊ ਨੂੰ ਤੁਸੀਂ ਲਿਖੋਗੇ ਟਰੂ ਫਾਲਸ, ਓਕੇ। ਤੇ ਪੀ ਐਂਡ ਕਿਊ ਜਦੋਂ ਤੁਸੀਂ ਲਿਖਣਾ ਉਦੋਂ ਤੁਸੀਂ ਦੋਨੋਂ ਦੇਖੋਗੇ ਇੱਧਰ ਕੀ ਹੈ, ਪੀ ਕੀ ਹੈ ਤੇ ਕਿਊ ਕੀ ਹੈਗਾ। ਜੇ ਦੋਨੋਂ ਟਰੂ ਹੈ ਤਾਂ ਦਿਸ ਰਿਜ਼ਲਟ ਇਜ਼ ਟਰੂ, ਅਦਰਵਾਈਜ਼ ਜੇ ਇੱਕ ਵੀ ਫਾਲਸ ਆਪਣੇ ਕੋਲੇ ਪਿਆ ਦਿਸ ਰਿਜ਼ਲਟ ਇਜ਼ ਫਾਲਸ, ਓਕੇ ਬੇਟਾ। ਦਿਸ ਇਜ਼ ਯੂਅਰ ਕੰਜੰਕਸ਼ਨ, ਇਹਨੂੰ ਆਪਾਂ ਕੀ ਕਹਿੰਦੇ ਹੈਗੇ, ਕੰਜੰਕਸ਼ਨ ਕਹਿੰਦੇ ਆ। ਕੁਛ ਹੋਰ ਐਗਜ਼ਾਮਪਲਸ ਵੀ ਬੇਟਾ ਇਹਨਾਂ ਨੇ ਲਿਖੀਆਂ ਹੋਈਆਂ, ਤੁਸੀਂ ਰੀਡ ਕਰ ਲਿਓ, ਸਮਝ ਆ ਜਾਣਗੇ। ਇਹਦੇ ਨਾਲ ਰਿਲੇਟਡ ਐਗਜ਼ਾਮਪਲ ਹੋਰ ਦਿੱਤੀ ਹੈ ਕਿ ਜਿਵੇਂ P = 5 + 7 = 12 ਨੰਬਰ ਐਂਡ Q ਇਜ਼ 2 ਇਜ਼ ਅ ਪ੍ਰਾਈਮ ਨੰਬਰ। ਕਿਊ ਸਟੇਟਮੈਂਟ ਕੀ ਹੈ, 2 ਇਜ਼ ਅ ਪ੍ਰਾਈਮ ਨੰਬਰ। ਹੁਣ ਆਪਾਂ ਨੂੰ ਪਤਾ ਫਸਟ ਸਟੇਟਮੈਂਟ ਵੀ ਟਰੂ ਹੈ, 12 ਹੁੰਦਾ ਹੀ ਇਹ, ਤੇ 2 ਆਪਾਂ ਨੂੰ ਪਤਾ ਪ੍ਰਾਈਮ ਨੰਬਰ ਹੈਗਾ, ਤੇ ਇਟ ਮੀਨਸ ਕਿਊ ਸਟੇਟਮੈਂਟ ਇਜ਼ ਵੀ ਟਰੂ। P ਵੀ ਟਰੂ ਹੈ, ਕਿਊ ਵੀ ਟਰੂ ਹੈ, ਇਟ ਮੀਨ ਬੋਥ ਸਟੇਟਮੈਂਟ P ਐਂਡ ਕਿਊ ਜਿਹੜਾ ਹੈਗਾ ਰਿਜ਼ਲਟ ਇਹ ਵੀ ਟਰੂ ਬਣ ਜਾਏਗਾ। ਆ ਅੱਗੇ ਆਪਾਂ ਨੂੰ ਫਾਲਸ ਵਾਲਾ ਦਿੱਤਾ ਹੈ ਕਿ ਐਵਰੀ ਈਵਨ ਨੰਬਰ ਇਜ਼ ਡਿਵੀਜ਼ੀਬਲ ਬਾਈ 2, ਇਹ ਆਪਾਂ ਨੂੰ ਪਤਾ ਹਰੇਕ ਈਵਨ ਨੰਬਰ ਜਿਹੜਾ ਉਹ 2 ਦਾ ਟੂ ਉਹਨੂੰ ਡਿਵਾਈਡ ਕਰਦਾ ਹੀ ਹੈ। ਤੇ 12 ਇਜ਼ ਐਨ ਔਡ ਨੰਬਰ, ਨੋ, ਇਹ ਆਪਾਂ ਨੂੰ ਪਤਾ ਲੱਗ ਹੀ ਰਿਹਾ 12 ਇਜ਼ ਐਨ ਈਵਨ ਨੰਬਰ। ਇਟ ਮੀਨ ਫਸਟ ਇਜ਼ ਟਰੂ, ਸੈਕਿੰਡ ਇਜ਼ ਫਾਲਸ, ਤਾਂ ਇਟ ਮੀਨਸ P ਐਂਡ Q ਫਾਲਸ, ਓਕੇ ਬੇਟਾ। ਇਸ ਤਰ੍ਹਾਂ ਇਹ ਐਗਜ਼ਾਮਪਲਸ ਹੈ, ਐਗਜ਼ਾਮਪਲਸ ਤੁਸੀਂ ਸਾਰੀਆਂ ਰੀਡ ਕਰ ਲੈਣੀਆਂ। ਨੈਕਸਟ ਜਿਹੜਾ ਆਪਰੇਸ਼ਨ ਹੈਗਾ ਦੈਟ ਇਜ਼ ਦਾ disjunction। disjunction ਦਾ ਮਤਲਬ ਕੀ ਹੈਗਾ, disjunction if P and Q, ਉਸੇ ਤਰ੍ਹਾਂ ਆਪਾਂ ਦੋ ਸਟੇਟਮੈਂਟਸ ਲੈਣੇ ਤਾਂ P ਆਹ V ਆ ਜਿਹੜਾ ਵਿਚਾਲੇ V ਪਾਇਆ ਨਾ, this is the sign of disjunction, ਠੀਕ ਹੈ। P disjunction Q, ਇਹਨੂੰ ਬੋਲਦੇ ਕਿਸ ਤਰ੍ਹਾਂ, P ਔਰ Q, ਇਹਨੂੰ ਬੋਲਿਆ ਕੀ ਜਾਂਦਾ ਹੈਗਾ ਔਰ ਨਾਲ, ਆਪਾਂ ਇਹਨੂੰ ਬੋਲਾਂਗੇ P ਔਰ Q is true। ਹੁਣ ਆਪਾਂ ਕੀ ਕਹਿੰਦੇ ਆ, ਆਹ ਰਿਜ਼ਲਟ P ਔਰ Q is true, ਇਹ ਕਦੋਂ ਟਰੂ ਹੁੰਦਾ ਹੈ, if at least one of two sentences P Q is true and is false otherwise। ਸਮਝ ਆਇਆ, ਜੇ ਦੋਨੋਂ ਸੈਂਟੈਂਸਸ ਚੋਂ ਘੱਟੋ ਘੱਟ ਇੱਕ ਸੈਂਟੈਂਸ ਵੀ ਟਰੂ ਹੈ ਤਾਂ P ਔਰ Q ਕੀ ਹੋ ਜਾਏਗਾ, ਟਰੂ ਹੋ ਜਾਏਗਾ। ਅਦਰਵਾਈਜ਼ ਮੀਨਸ ਦੋਨੋਂ ਸੈਂਟੈਂਸ ਜੇ ਫਾਲਸ ਹੈਗੇ ਤਾਂ ਰਿਜ਼ਲਟ ਆਪਣੇ ਕੋਲੇ ਕੀ ਆ ਜਾਏਗਾ, ਫਾਲਸ ਆ ਜਾਏਗਾ। ਇਹਨੂੰ ਟਰੂਥ ਟੇਬਲ ਤੋਂ ਹੀ ਸਿੱਧਾ ਸਮਝ ਲਓ, ਬਹੁਤ ਈਜ਼ੀਲੀ ਸਮਝ ਆ ਜਾਏਗਾ। ਆ ਆਪਣੇ ਕੋਲੇ ਉਵੇਂ P ਆ ਗਿਆ, P ਲਿਖ ਲਿਆ ਤੁਸੀਂ, ਦੋਨੋਂ ਟਰੂ 2 ਫਾਲਸ। Q ਆਪਾਂ ਨੇ ਟੇਬਲ ਲਿਖਿਆ ਹੈਗਾ ਟਰੂ ਫਾਲਸ। ਹੁਣ ਜਦੋਂ P ਔਰ Q ਤੁਸੀਂ ਲਿਖੋਗੇ ਉਦੋਂ ਤੁਸੀਂ ਇੱਧਰ ਦੇਖੋਗੇ, ਦੇਖੋ ਦੋਨੋਂ ਟਰੂ ਹੈ ਤਾਂ ਟਰੂ ਆ ਗਿਆ। ਇੱਕ ਵੀ ਜੇ ਟਰੂ ਆ ਜੇ, ਐਟਲੀਸਟ ਵਨ ਆਫ ਟੂ ਸੈਂਟੈਂਸਸ ਇਜ਼ ਟਰੂ, ਜੇ ਦੋਨਾਂ ਚੋਂ ਇੱਕ ਵੀ ਸੈਂਟੈਂਸ ਟਰੂ ਆ ਗਿਆ ਇਟ ਮੀਨਸ ਰਿਜ਼ਲਟ ਇਜ਼ ਟਰੂ। ਫਾਲਸ ਟਰੂ ਆ ਗਿਆ। ਹੁਣ ਇਹਦੇ ਵਿੱਚ ਕੀ ਦੋਨੋਂ ਫਾਲਸ ਆ ਗਏ ਤਾਂ ਰਿਜ਼ਲਟ ਆਪਣੇ ਕੋਲੇ ਕੀ ਆਏਗਾ, ਫਾਲਸ ਹੈ। ਕਲੀਅਰ ਬੇਟਾ। ਹੁਣ ਇਹਦੇ ਵਿੱਚ ਜਸਟ ਉਹਦੇ ਨਾਲੋਂ ਉਲਟਾ ਹੀ ਹੈ ਕਿ ਜੇ ਦੋਨੋਂ ਫਾਲਸ ਹੈ ਤਾਂ ਰਿਜ਼ਲਟ ਫਾਲਸ ਆਊਗਾ, ਅਦਰਵਾਈਜ਼ ਰਿਜ਼ਲਟ ਇਜ਼ ਟਰੂ ਆਏਗਾ, ਓਕੇ। ਹੁਣ ਇਹਦੀਆਂ ਕੁਛ ਐਗਜ਼ਾਮਪਲਸ ਆਹ ਲਿਖੀਆਂ ਹੋਈਆਂ, ਜਿਵੇਂ 3 + 3 = 8, 2 + 3 = 6। ਦੇਖੋ ਦੋਨੇ ਸੈਂਟੈਂਸ ਜਿਹੜੇ ਆ ਫਾਲਸ ਹੈਗੇ ਇਹਦੇ ਵਿੱਚ। ਕਲੀਅਰ, ਜੇ ਦੋਨੋਂ ਸੈਂਟੈਂਸ ਫਾਲਸ ਹੈ ਤਾਂ ਇਟ ਮੀਨਸ ਰਿਜ਼ਲਟ ਇਜ਼ ਆਪਣੇ ਕੋਲੇ ਕੀ ਆ ਜਾਏਗਾ, ਫਾਲਸ ਆ ਜਾਏਗਾ, ਓਕੇ। ਉਸ ਤੋਂ ਅੱਗੇ ਜਿਹੜਾ ਹੈਗਾ ਆਪਣੇ ਕੋਲੇ ਇੱਕ ਹੋਰ ਚੀਜ਼ ਆ ਜਾਂਦੀ ਹੈਗੀ, ਦੈਟ ਇਜ਼ ਦਾ ਔਰ ਇਨਕਲੂਸਿਵ ਔਰ। ਜਿਹੜਾ ਆਪਾਂ ਔਰ ਕਰਦੇ ਆ, ਦਿਸ ਇਜ਼ ਦਾ ਇਨਕਲੂਸਿਵ ਔਰ, ਇਹਨੂੰ ਇਨਕਲੂਸਿਵ ਔਰ ਵੀ ਕਹਿ ਦਿੰਦੇ ਹੈਗੇ। ਮਤਲਬ ਕੀ ਹੈਗਾ ਇਹਦਾ, ਮਤਲਬ ਕੀ ਹੈ ਇਨਕਲੂਸਿਵ ਔਰ ਦਾ, ਜਿਵੇਂ ਇਹਨਾਂ ਨੇ ਆਹ ਐਗਜ਼ਾਮਪਲ ਲੱਤੀ ਹੈ ਕਿ P ਸੈਂਟੈਂਸ ਕੀ ਕਹਿੰਦਾ, ਦੇਅਰ ਇਜ਼ ਸਮਥਿੰਗ ਰੋਂਗ ਵਿਦ ਦਾ ਟੀਚਰ, ਹੈ ਨਾ। P ਸੈਂਟੈਂਸ ਕੀ ਕਹਿ ਰਿਹਾ ਹੈਗਾ ਕਿ ਟੀਚਰ ਨਾਲ ਕੁਝ ਗਲਤ ਹੋਇਆ ਹੈਗਾ, ਕਿ ਟੀਚਰ ਨੂੰ ਕੁਝ ਹੋ ਗਿਆ। ਐਂਡ Q ਸੈਂਟੈਂਸ ਕੀ ਕਹਿ ਰਿਹਾ ਹੈ, ਦੇਅਰ ਇਜ਼ ਸਮਥਿੰਗ ਰੋਂਗ ਵਿਦ ਦਾ ਸਟੂਡੈਂਟ। Q ਕਹਿੰਦਾ ਹੈਗਾ ਕਿ ਨਹੀਂ ਮਤਲਬ Q ਕਹਿੰਦਾ ਕਿ ਸਟੂਡੈਂਟ ਨੂੰ ਕੁਝ ਹੋਇਆ ਹੈ ਨਾ। ਤਾਂ ਹੁਣ ਆਪਾਂ ਜਦੋਂ ਇਹਨਾਂ ਦੋਨਾਂ ਦਾ P
और क्यू कड्डांगे ਜਦੋਂ ਇਹਨਾਂ ਦੋਨਾਂ ਸੈਂਟੈਂਸਸ ਦਾ ਆਪਾਂ ਪੀ ਔਰ ਕਿਊ ਕੱਢਾਂਗੇ ਤਾਂ ਇਹਦਾ ਕੀ ਮਤਲਬ ਹੋ ਜਾਊਗਾ ਕਿ देयर इज समथिंग रॉन्ग विद द टीचर और विद द स्टूडेंट। ਉੱਥੇ ਜਾਂ ਤਾਂ ਕੁਝ ਗਲਤ ਹੋਇਆ ਟੀਚਰ ਨਾਲ ਵੀ ਹੋਇਆ ਗਿਆ ਜਾਂ ਸਟੂਡੈਂਟ ਨਾਲ ਹੋਇਆ ਗਿਆ। ਪੀ ਤਾਂ ਕਹਿੰਦਾ ਟੀਚਰ ਨਾਲ ਗਲਤ ਹੋਇਆ, ਕਿਊ ਕਹਿੰਦਾ ਸਟੂਡੈਂਟ ਨਾਲ ਗਲਤ ਹੋਇਆ। ਜਦੋਂ ਆਪਾਂ ਪੀ ਔਰ ਕਿਊ ਲਿਖਾਂਗੇ ਉਹ ਕਹਿੰਦਾ ਕੁਝ ਤਾਂ ਗਲਤ ਹੋਇਆ ਹੈ ਜਾਂ ਟੀਚਰ ਨਾਲ ਹੋਇਆ ਹੈ ਜਾਂ ਸਟੂਡੈਂਟ ਨਾਲ ਹੋਇਆ ਹੈ। ਕਲੀਅਰ ਮੀਨਸ ਇਹ ਹੈ ਕਿ ਉੱਥੇ ਕੁਝ ਨਾ ਕੁਝ ਤਾਂ ਗਲਤ ਹੋਇਆ, ਇਹ ਚੀਜ਼ ਤਾਂ ਕਨਫਰਮ ਹੈ। देयर मे बी समथिंग रॉन्ग either with the teacher or with the student or with both। हो सकता दोनों दे नाल ही गलत होया होवे, है ना, या तो टीचर नाल गलत होया होगा या स्टूडेंट नाल, और हो सकता कि दोनों नाल ही गलत होया होवे। तो मीनस की हो गया गा ਇਹਦੇ ਵਿੱਚ ਜਦੋਂ ਆਪਾਂ ਪੀ ਔਰ ਕਿਊ ਲਿਖਦੇ ਹਾਂ ਆਹ ਚੀਜ਼ ਆ ਗਈ ਨਾ। ਮੀਨਸ ਸਿਰਫ ਆਹ ਵਾਲਾ ਕੇਸ ਕੀ ਟਰੂ ਹੈ ਸਟੇਟਮੈਂਟ ਆਪਾਂ ਜਦੋਂ ਮੰਨ ਲਿਆ ਕਿ ਫਸਟ ਸਟੇਟਮੈਂਟ ਇਜ਼ ਟਰੂ ਕਿ ਟੀਚਰ ਨਾਲ ਵੀ ਗਲਤ ਹੋਇਆ, ਸੈਕਿੰਡ ਸਟੇਟਮੈਂਟ ट्रू मान ली कि स्टूडेंट नाल, मीनस ये दोनों वाला केस आ गया कि गलत तो होया ही है, दोनों नाल गलत होया, तो रिजल्ट की आ गया अपने कोले ट्रू आ गया है। ਜਾਂ ਫਿਰ ਆਪਾਂ ਮੰਨਿਆ ਕਿ ਟੀਚਰ ਨਾਲ ਗਲਤ ਹੋਇਆ ਸਟੂਡੈਂਟ ਨਾਲ ਨਹੀਂ ਹੋਇਆ ਹੈਗਾ, ਇਹ ਫਾਲਸ ਸਟੇਟਮੈਂਟ ਹੈ, ਇਹਨੇ ਗਲਤ ਸਟੇਟਮੈਂਟ ਦਿੱਤੀ ਹੈ, ਸਟੂਡੈਂਟ ਨਾਲ ਨਹੀਂ ਹੋਇਆ ਹੈਗਾ ਟੀਚਰ ਨਾਲ ਹੋਇਆ, ਤਾਂ ਵੀ ਜਿਹੜਾ ਮਤਲਬ ਗਲਤ ਤਾਂ ਹੋਇਆ ਹੀ ਹੈ ਨਾ, ਇਟ ਮੀਨਸ ਰਿਜ਼ਲਟ ਇਜ਼ ਟਰੂ। ਸੈਕਿੰਡ ਦੇ ਵਿੱਚ ਫਿਰ ਇਹਨਾਂ ਨੇ ਕਿਹਾ ਹੈਗਾ ਕਿ ਟੀਚਰ ਨਾਲ ਨਹੀਂ ਗਲਤ ਹੋਇਆ ਬੱਚੇ ਨਾਲ ਹੋਇਆ ਹੈਗਾ, मीनस एक स्टेटमेंट तो ट्रू ही है ना, गलती तो हुई है ना, तो इट मीनस दिस रिजल्ट इज ट्रू। बट ऐदा तो है नहीं गा कि यह दोनों ही झूठ है कि टीचर नाल भी नहीं गलत होया स्टूडेंट नाल भी नहीं गलत होया है, इसका मतलब ये हो गया दिस इज अ फाल्स स्टेटमेंट। ओके देयरफॉर अगे जिहड़ी अपने कोल डिसजंक्शन आ जाती है दैट इज ऑफ द टाइप एक्सक्लूसिव। ਇਹਨੂੰ ਆਪਾਂ ਕਿਹੜੀ ਟਾਈਪ ਕਹਿੰਦੇ ਹੈਗੇ ਐਕਸਕਲੂਸਿਵ ਟਾਈਪ ਕਹਿੰਦੇ ਆ। ਦਾ ਡਿਸਜੰਕਸ਼ਨ ਵਿਲ ਬੀ ਫਾਲਸ, ਇਹ ਡਿਸਜੰਕਸ਼ਨ ਕਦੋਂ ਫਾਲਸ ਹੋ ਜੂਗੀ ਵੈਨ ਬੋਥ ਦਾ ਕੰਪੋਨੈਂਟਸ ਆਰ ਫਾਲਸ, ਜਦੋਂ ਦੋਨੋਂ ਫਾਲਸ ਹੋਣਗੇ। ਫਾਲਸ ਤਾਂ ਉਦੋਂ ਹੀ ਹੋਏਗੀ ਨਾ ਕਿ ਮਤਲਬ ਉੱਥੇ ਤਾਂ ਕੁਝ ਗਲਤ ਹੋਇਆ ਹੀ ਨਹੀਂ ਹੈਗਾ ਉਹਦਾ। ਤਾਂ ਕੰਸੀਡਰ ਅਨਦਰ ਟੂ ਸਟੇਟਮੈਂਟਸ, ਆਪਾਂ ਦੋ ਹੋਰ ਸਟੇਟਮੈਂਟਸ ਲੈਣੇ ਕਿ ਆਈ ਸ਼ੈਲ ਵਾਚ ਦ ਗੇਮ ਔਨ ਟੈਲੀਵਿਜ਼ਨ, ਆਈ ਸ਼ੈਲ ਗੋ ਟੂ ਕਾਲਜ। ਠੀਕ ਹੈ, ਹੁਣ फस्ट स्टेटमेंट की कहती हैगी कि मैं आई शैल वॉच द गेम ऑन टैलीविजन, मैं टैलीविजन ते की गेम देखूंगा। क्यों की कहता आई शैल गो टू कॉलेज, मैं कॉलेज जाऊँगा। ठीक है, हुण जदों आपां पी और क्यू लिखते हैं, पी और क्यू लिखते हैं ਉਹਦੇ ਵਿੱਚ ਕੀ आ जाता है कि आई शैल वॉच द गेम ऑन टैलीविजन और गो टू कॉलेज। ਜਾਂ ਤਾਂ ਮੈਂ ਟੈਲੀਵਿਜ਼ਨ 'ਤੇ ਗੇਮ ਦੇਖੂੰਗਾ ਜਾਂ ਮੈਂ ਕਾਲਜ ਚਲਾ ਜਾਊਂਗਾ। ਕਿ ਐਦਾਂ ਦੀ ਸਿਚੁਏਸ਼ਨ ਹੋ ਸਕਦੀ ਹੈਗੀ ਕਿ ਬੰਦਾ ਦੋਨੋਂ ਹੀ ਕੰਮ ਕਰ ਲੇ, ਹੈ ਨਾ, ਜਾਂ ਤਾਂ ਉਹ ਕਾਲਜ ਜਾ ਸਕਦਾ ਇਸ ਸਿਚੁਏਸ਼ਨ ਦੇ ਵਿੱਚ ਜਾਂ ਉਹ ਕੀ ਕਰੇਗਾ ਗੇਮ ਦੇਖ ਸਕਦਾ ਹੈਗਾ। ਕਲੀਅਰ, ਦਿਸ ਇਜ਼ ਐਕਸਕਲੂਸਿਵ ਔਰ ਬੋਥ ਪੀ ਐਂਡ ਕਿਊ ਕੈਨ ਨੋਟ ਹੈਪਨ ਟੂਗੈਦਰ। ਉਹ ਕੰਡੀਸ਼ਨ ਜਿੱਥੇ ਪੀ ਤੇ ਕਿਊ ਸੈਂਟੈਂਸਸ ਇਕੱਠੇ ਨਹੀਂ ਹੋ ਸਕਦੇ, ਇਕੱਠੇ ਵਾਪਰ ਨਹੀਂ ਸਕਦੇ। ਹੁਣ ਜਿਵੇਂ ਇਹਦੇ ਵਿੱਚ ਤਾਂ ਆਪਾਂ ਨੇ ਆਹ ਚੀਜ਼ ਕੀਤੀ ਸੀ ਨਾ ਕਿ ਹੋ ਸਕਦਾ ਦੋਨਾਂ ਨਾਲ ਹੀ ਗਲਤ ਹੋਇਆ ਹੋਵੇ, ਟੀਚਰ ਨਾਲ ਵੀ ਹੋ ਸਕਦਾ ਤੇ ਸਟੂਡੈਂਟ ਨਾਲ, ਤਾਂ ਪੀ ਔਰ ਕਿਊ ਆਪਾਂ ਇਨਕਲੂਸਿਵ ਔਰ ਲੈ ਲੈਂਦੇ ਆ। ਇਹਦੇ ਵਿੱਚ ਆਪਣੇ ਕੋਲੇ ਕੀ ਆ ਜਾਂਦੇ ਆ ਉਹ ਸਿਚੁਏਸ਼ਨ ਜਿਹਦੇ ਵਿੱਚ ਦੋ ਘਟਨਾਵਾਂ ਇਕੱਠੀਆਂ ਨਹੀਂ ਹੋ ਸਕਦੀਆਂ ਹੈਗੀਆਂ, ਦੋਨਾਂ 'ਚ ਇੱਕ ਹੀ ਹੋਏਗੀ, ਸ਼ੋਰਿਟੀ ਹੈ। ਉਹਨੂੰ ਆਪਾਂ ਕੀ ਕਹਿੰਦੇ ਹੈਗੇ ਐਕਸਕਲੂਸਿਵ ਔਰ ਜਾਂ ਐਕਸ ਔਰ ਨਾਲ ਇਹਨੂੰ ਡਿਨੋਟ ਕੀਤਾ ਜਾਂਦਾ ਹੈ। ਇਹਦਾ ਸਿੰਬਲ ਹੁੰਦਾ ਹੈਗਾ ਵੀ ਪਾ ਕੇ ਉੱਤੇ ਬਾਰ। ਠੀਕ ਹੈ, ਵੀ ਪਾ ਕੇ ਉੱਪਰ ਕੀ ਆਪਾਂ ਬਾਰ ਪਾ ਦਿੰਦੇ। ਇਹ ਟਰੂ ਕਦੋਂ ਹੁੰਦਾ, ਇਹਦਾ ਰੂਲ ਕੀ ਹੈ ਪੀ ਐਕਸਕਲੂਸਿਵ ਔਰ क्यू is true when either P or Q is true but not both। ਜਦੋਂ ਦੋਨਾਂ ਚੋਂ ਇੱਕ ਸਟੇਟਮੈਂਟ ਟਰੂ ਹੋਏਗੀ ਤਾਂ ਇਹਦਾ ਰਿਜ਼ਲਟ ਟਰੂ ਹੋਏਗਾ। ਜੇ ਦੋਨੋਂ ਟਰੂ ਹੈ ਜਾਂ ਦੋਨੋਂ ਫਾਲਸ ਹੈ ਤਾਂ ਰਿਜ਼ਲਟ ਕੀ ਹੋਏਗਾ ਫਾਲਸ ਹੋਏਗਾ। ਇਹ ਕਿਉਂ ਹੋ ਰਿਹਾ ਹੈ ਕਿਉਂਕਿ ਦੋਨੇ ਘਟਨਾਵਾਂ ਇਕੱਠੀਆਂ ਨਹੀਂ ਹੋ ਸਕਦੀਆਂ ਕਿ ਦੋਨੋਂ ਹੀ ਸਟੇਟਮੈਂਟਸ ਟਰੂ ਹੈ, ਦੋਨਾਂ ਚੋਂ ਇੱਕ ਹੀ ਘਟਨਾ ਵਾਪਰੇਗੀ ਜਿਹੜੀ ਵੀ ਵਾਪਰੇਗੀ। ਦੋਨੇ ਘਟਨਾਵਾਂ ਇਕੱਠੀਆਂ ਨਹੀਂ ਹੋ ਸਕਦੀਆਂ, ਇੰਸੀਡੈਂਟਸ ਦੋਨੋਂ ਇਕੱਠੇ ਨਹੀਂ ਹੋ ਸਕਦੇ ਹੈਗੇ। ਇਸ ਕਰਕੇ ਟਾਈਮ ਟੇਬਲ ਫॉर ਇਨਕਲੂਸਿਵ ਔਰ ਜਿਹੜਾ ਹੈਗਾ ਇਹਦੇ ਵਾਸਤੇ ਕੀ ਹੈ ਜੇ ਦੋਨੋਂ ਵੀ ਟਰੂ ਹੈ ਜਾਂ ਐਟਲੀਸਟ ਇੱਕ ਵੀ ਟਰੂ ਹੈ ਤਾਂ ਰਿਜ਼ਲਟ ਟਰੂ ਆ ਜਾਂਦਾ ਹੈ, ਜੇ ਦੋਨੋਂ ਫਾਲਸ ਹੈ ਤਾਂ ਰਿਜ਼ਲਟ ਫਾਲਸ ਹੁੰਦਾ ਹੈ। ਬਟ ਐਕਸਕਲੂਸਿਵ ਔਰ ਦੇ ਵਿੱਚ
ਆਪਣੇ ਕੋਲੇ ਕੀ ਹੁੰਦਾ ਹੈਗਾ कि दोनों चो एक ही ट्रू होना चाहिए है। जो दोनों ट्रू है या दोनों फाल्स है तो रिजल्ट अपने को की आ जाता है फाल्स आ जाता है। क्लीयर बेटा। नीचे कुछ इनकलूसिव वर्ड दियाँ होर एग्जाम्पल्स लिखिया हुई हैं जिमें कि 5 इज़ लैस दैन 12 दिस इज़ रॉन्ग स्टेटमेंट अपन नहीं सॉरी दिस इज़ ट्रू स्टेटमेंट अपन पता ही है कि 5 लैस दैन 12 होंदा ही है। 8 + 3 इज इक्वल टू 12 दिस इज़ रॉन्ग स्टेटमेंट क्योंकि इदा नहीं होंदा हैगा फाल्स स्टेटमेंट है। पर दोनों चो एक भी स्टेटमेंट ट्रू है तो इट मीनस अपना जो पी और क्यू आ वो की होएगा ट्रू होएगा। आ कुछ होर एग्जाम्पल्स है तुसी पढ़ लियो। अगे उस तो अपने आ जाता है निगेशन। निगेशन नाम तो ही क्लीयर हो रहा है कि निगेशन का की मतलब है नोट। निगेशन का मतलब की है नोट। इनू लिखण का तरीका की है इस तरह का जो बेटा मूरे कुंडीदार हाथ पाई हुआ ना साइन दिस इज द साइन ऑफ नॉट पी। ठीक है नॉट पी। नॉट पी इज ट्रू। हुण निगेशन का मतलब यानी कि पी का उल्टा। ਇਹਦਾ मतलब की होएगा P ਦਾ उल्टा। द सेंटेंस नॉट P इज ट्रू इफ द सेंटेंस P इज फॉल्स। ठीक है मीन्स की है जे P फॉल्स है तो नॉट P की हो जाएगा ट्रू हो जाएगा। जे P ट्रू है तो नॉट P इज फॉल्स हो जाएगा। समझ आ गया बेटा। यही की हुंदा है नॉट P का मतलब की है P का उल्टा। नॉट पी आप नोट ऐड कर दें मीनस ये उदू इट मीन जो भी पी दे लिखा होगा उदू उल्टा होएगा ये जे पी अपने को ट्रू है तो नॉट पी फॉल्स हो जाएगा। जे पी फॉल्स है तो नॉट पी की हो जाएगा ट्रू हो जाएगा। सिंपल जी यही गल ये याद रखनी है। जो भी किसी भी चीज़ का तुसी निगेशन लिखना है उदो तुसी की करना है सिंपली यही चीज़ जिमें कि P स्टैंड्स फॉर ही इज़ अ गुड स्टूडेंट। P की कहता गा ही इज़ अ गुड स्टूडेंट। ओके तो जो आप नगेशन लिखांगे नगेशन ऑफ दिस सेंटेंस P लिखांगे तो वह मतलब की होएगा ही इज़ नॉट ए गुड स्टूडेंट। ठीक है ही इज़ नॉट ए गुड स्टूडेंट। तुसी ये विच नोट ही पाना है। यदा मतलब जे आप कह दिता गा कि ही इज़ ए गुड स्टूडेंट तो मैं तुहानू कहागा कि यदा ओपोजिट का मतलब ये नहीं है कि तुसी इहदी जगह ते आए लिख दोगे कि ही इज़ अ बैड स्टूडेंट। नो ये रॉन्ग स्टेटमेंट है। यदा कहने का मतलब ये नहीं है कि ही इज़ ए बैड स्टूडेंट। ये कहने का मतलब है कि ही इज़ नॉट ए गुड स्टूडेंट। ठीक है हो सकता कुछ सिचुएशंस दे विचों वो चंगा ना होवे है ना। सो ही इज़ नॉट ए गुड स्टूडेंट। ही ਇਹਦਾ मतलब है जस्ट निगेशन का। क्लीयर बेटा इस नूं तुसी समझना। आ चारों जिहड़ियां कंजक्शनस मैं तुहानूं कराईयां इन्हां नूं तुसी चंगी तरह समझो रीड करो। जो भी विच होर एग्जाम्पल्स अपनियां रह गईयां इन्हां नूं रीड करो। तो अगलियां जिहड़ियां हैगियां होर लॉजिक्स अपने कोले हैगे वो मैं तुहानूं नैक्सट लैक्चर च करवावांगी। थैंक यू बेटा।